ਬਿਸਮਿਲ੍ਲਾ ਜੀ। ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਮੇਰੇ ਨਾਲ ਕੌਣ ਨੇ ਮੈਂ ਤੇ ਹੁਣ ਗਿਣਨ ਲੱਗ ਪਿਆ। ਉਹ ਸਾਨੂੰ ਪਤਾ ਨਾ ਸਾਡੇ ਜ਼ਿਆ ਮੀਉਦੀਨ ਸਾਹਿਬ ਸਾਨੂੰ ਕਹਿਣ ਲੱਗੇ ਜ਼ੈਡੇ ਬੁਖਾਰੀ ਸਾਹਿਬ ਨੂੰ ਫਲਾਂ ਬੁਖਾਰੀ ਫਲਾਂ ਬੁਖਾਰੀ ਫਲਾਂ ਬੁਖਾਰੀ। ਜੀ ਹਾਂ, ਤੇ ਰਿਜ਼ਵਾਨ ਨਿਊਜ਼ ਰੀਡਰ, ਸਦਾਕਾਰ, ਅਦਾਕਾਰ, ਫਨਕਾਰ, ਗੁਲੂਕਾਰ ਕੀ ਜੀ ਰਿਜ਼ਵਾਨ ਹਾਸ਼ਮੀ ਸਾਡੇ ਨਾਲ ਜੀ। ਬਿਸਮਿਲ੍ਲਾ। अस्सलाम वालेकुम जनाब अहमद लतीफ़ साहब, बहुत शुक्रिया तुसी अपने शो ਦੇ ਵਿੱਚ ਮੈਨੂੰ ਇਨਵਾਈਟ ਕੀਤਾ ਜੀ। ਤੇ ਇਹ ਜਿਹੜੀ ਮੈਂ ਗੱਲ ਕੀਤੀ ਹੈ ਇਹ ਕੀ ਹੋ ਤੁਸੀਂ, ਵੈਸੇ ਕੀ ਨਹੀਂ ਹੋ, ਇਹ ਦੱਸਣਾ ਮੈਨੂੰ ਜ਼ਰਾ। ਉਹ ਸਾਡਾ ਇੱਕ ਦੋਸਤ ਹੈ, ਉਹ ਕਹਿੰਦਾ ਹੈ ਕਿ ਕਿਸੇ ਨਾਲ तारुफ ਜਿਹੜੇ ਲਈ ਕਰਾਂਦਾ ਹੈ कि ये हमारे दोस्त हैं रिजवान हाशमी, जितनी कार हैं वो सब इनके साथ लगी हुई हैं। आए वाह जी वाह। क्योंकि ये बैंकार भी हैं, ये सदाकार भी हैं, गुलूकार भी हैं, अदाकार भी हैं ਤੇ ਕਹਿੰਦੇ ਬਾਕੀ ਤੇ ਕੋਈ ਫਿਰ ਕਾਰ ਰਹਿ नहीं गई। ਉਹ ਹੀ ਹੈ ਜਿਹੜੀ ਜਿੱਤੇ ਬੰਦਾ ਝੂਟੇ ਲੈਂਦਾ। अच्छा, हम हैं बेकार और आप हैं हमा वक्त कार, और हर कार अल्लाह ने कार भी दे रखी है और हर कार आप मौजूद हैं। और मुझे पूछना है जनाब, ज़ाहिर है ये उर्दू पंजाबी सारी सराइकी सारियां ज़ुबानां मौजूद हैं ते अंग्रेज़ी भी हुण कहानी सुन लई असां थोड़ी अंग्रेज़ी वाली, अंग्रेज़ी खबरां वाली भी। ये तुसी ज़ाहिर है मुल्तान पीरांपुर मुल्तान, हाँ जी, लेकिन उत्थे सारे ब्राडकास्टर, सारे अदाकार, सारे ਵੱਡੇ ਵੱਡੇ लोग मौजूद, ਤੇ ਇਹ ਤੁਸੀਂ ਉਹਨਾਂ ਵੱਡਿਆਂ ਵਿੱਚ ਕਿਸ ਤਰ੍ਹਾਂ ਸਿਰ ਕੱਢਿਆ? बिल्कुल सही कह रहे हो जनाब। मुल्तान ऐसी ज़रखेज़ ज़मीन है कि जितों बड़े बड़े नाम मौसीकी की दुनिया में भी, अदाकारी की दुनिया में भी और सदाकारी की दुनिया में भी वो सामने, गुलकारी की दुनिया में भी। बिल्कुल। देखो जी, अगर गुलकारी ने ये सुरैया मुल्तानी का ताल्लुक मुल्तान नाल, गुलाम अब्बास भी, गुलाम अब्बास, इकबाल बानो, फिर नाहिद अख्तर, हाँ इवन, ते अगे नाल ही मुजफ्फरगढ़ छोटा जिहा कस्बा है, उतों पठाने खान, वो भी मुल्तान रेडियो तो आगाज़ किया। वही एरिया गुलबार बानो भी, बिल्कुल गुलबार बानो बहावलपुर। फिर अताउल्ला न्याजी नूं भी पहला जड़ा मतलब ब्रेक थ्रू मिलिया और रेडियो पाकिस्तान मुल्तान तो ये थेवा मुंदरी दा थेवा सारी उम्र करा। वो भी लोग फुल मोतिया दा ये सारा वसेब दे लोग करना, सारे वसेब दे लोग करना। और ये चलदा ये मैं पुछना ये चाहना वा, और ये जरा टैक्नीकल जी गल है, ये तुहाडे जेहड़े वोकल कार्ड न जी जी सारियां जुबानां बोल लैंदे हो तुसीं, ये की है? देखें जी, सराइकी तो मादरी ज़बान हो गई ना, और उर्दू साड़ी कौमी ज़ुबान है, और पंजाबी नाल वैसे ही सानू प्यार है, ते बाकी सिंधी भी बोलते हैं तो बड़ी अच्छी लगती है, सुन समझ भी आती, क्योंकि सारियां ज़मीन दी ज़ुबानां हैगियां ने, सिस्टर लैंग्वेजेस जिन्हां नूं सराइकी नाल मिलदी जुलदी है ना, ते वो एक अनजान बंदा भी अगर सुने तो उन्हें समझ आती है कि भी ये की मिठी जुबान विच बोल रहा है। नहीं ये तो मुकामी दी गल करदे हो ना, आलमी जुबानां भी जेहड़े सराइकी वोकल कार्ड दे लोग न, वो आलमी जुबानां भी उस तरह ਉਹਦੇ ਟਰੂ ਐਕਸੈਂਟ ਨਾਲ ਬੋਲਦੇ ਨੇ। ਇਹ ਕਮਾਲ ਜਿਹੜਾ ਮੈਂ ਲੱਗਦਾ ਇੰਜ ਹੈ ਕਿ ਤੁਹਾਡੇ ਜਿਹੜੇ ਕਾਰਡ ਨਾ, ਸਾਊਂਡ ਕਾਰਡ ਜਿਹਨੂੰ ਕਹਿੰਦੇ ਨੇ, ਉਹ ਸਾਰੇ ਅਲਰਟ ਰਹਿੰਦੇ ਨੇ ਔਰ ਹਮਾ ਵਕਤ ਉਹ ਸਰਕਲ 'ਚ ਰਹਿੰਦੇ ਨੇ, ਘੁੰਮਦੇ ਨੇ, ਤਾਂ ਉਹ ਚੱਲਦੇ ਰਹਿੰਦੇ। ਵਰਨਾ ਤੁਸੀਂ ਕੋਈ ਵੀ ਸ਼ੈ ਛੋੜ ਦਿਓ, ਹੱਥ ਛੋੜ ਦਿਓ ਤਾਂ ਉਸਵੇਂ ਮੁਅੱਤਲ ਹੋ ਜਾਂਦਾ। ਬਿਲਕੁਲ ਉਹ ਸਾਡੀ ਸ਼ੈ ਸਾਰਾ ਆਵਾਜ਼ ਜਿਹੜੀ ਉਹ ਸਾਰੀ ਚੱਲਦੀ ਹੈ, ਔਰ ਉਹਦੇ ਵਿੱਚ ਅਸਲ ਤੇ ਆਵਾਜ਼ ਦੀ ਖੇਡ ਹੈ ਨਾ। ਤੁਸੀਂ ਸਰਗਮ ਲੈਂਦੇ ਹੋ, ਗੱਲ ਕਰਦੇ ਹੋ, ਨਸ਼ਿਸ਼ ਤੋਂ ਬਰਖਾਸਤ ਜਿਹੜੀ ਲਫ਼ਜ਼ਾਂ ਦੀ ਜ਼ੀਰੋ ਬੰਬ ਜਿਹਨੂੰ ਕਹਿੰਦੇ ਅਸੀਂ, ਸਟ੍ਰੈਸ ਤੇ ਪਾਜ਼ਿਟ, ਇਹ ਸਾਰੇ। ਤੇ ਇਹ ਕਦੋਂ ਸ਼ੁਰੂ ਕੀਤਾ? ਇਹ ਸਕੂਲ ਦੇ ਲੈਵਲ ਤੇ ਕਾਲਜ ਤੋਂ ਸ਼ੁਰੂ ਕੀਤਾ? ਜੀ ਫਸਟ ਈਅਰ ਸੀ ਉਸ ਵੇਲੇ ਮੈਂ ਰੇਡੀਓ ਪਾਕਿਸਤਾਨ ਮੁਲਤਾਨ ਗਿਆ, ਤੇ ਉੱਥੇ ਸਾਡੇ ਪ੍ਰੈਜੈਂਟੇਸ਼ਨ ਇੰਚਾਰਜ ਹੁੰਦੇ ਸੀ ਰਫੀਕ ਸਿੱਦੀਕੀ ਸਾਹਿਬ, ਮਰਹੂਮ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਔਰ ਉਹਨਾਂ ਦਾ ਜਿਹੜਾ ਸਟਾਈਲ ਸੀ, ਮਤਲਬ ਕੱਪੜੇ ਪਾਉਣ ਦਾ, ਗੁਫ਼ਤਗੂ ਕਰਨ ਦਾ, ਉਹ ਲਖਨਊਈ ਅੰਦਾਜ਼ ਸੀ। ਮਤਲਬ ਉਹਨਾਂ ਨੇ ਸਫੇਦ ਕੁਰਤਾ ਪਜਾਮਾ ਪਾ ਕੇ ਰੋਜ਼ਾਨਾ ਉਹਨਾਂ ਨੇ ਆਫਿਸ ਆਉਣਾ, ਤੇ ਸਫੈਦ ਵਾਲ ਉਹਨਾਂ ਨੇ ਤੇਲ ਨਾਲ ਬਿਲਕੁਲ ਐਵੇਂ ਪਿੱਛੇ ਲਾਏ ਹੋਏ, ਤੇ ਗੁਫ਼ਤਗੂ ਕਰਨੀ ਬੜੇ ਧੀਮੇ ਲਹਿਜੇ 'ਚ। ਤੇ ਮੈਂ ਬੜਾ ਇੰਪਰੈਸ ਹੋਇਆ ਕਿ ਮੈਂ ਯਾਰ ਇਹ ਤੇ ਬੜੇ ਅੱਛੇ ਪ੍ਰੋਡਿਊਸਰ ਨੇ ਰੇਡੀਓ ਪਾਕਿਸਤਾਨ ਮੁਲਤਾਨ ਦੇ ਵਿੱਚ। ਤੇ ਉਹਨਾਂ ਫਸਟ ਟਾਈਮ ਫਿਰ ਮੈਨੂੰ ਚਾਂਸ ਦਿੱਤਾ। ਉਹਦੇ ਬਾਅਦ ਫਿਰ ਬਾਕਾਇਦਾ ਜਿਹੜੇ ਵੇਲੇ
ਮੈਂ ਕਿਹਾ ਯਾਰ ਸਾਨੂੰ ਵੀ ਜਿਹੜਾ ਅਨਾਉਂਸਰ ਬਣਨ ਦਾ ਸ਼ੌਕ ਸੀ। ਠੀਕ। ਆਡੀਸ਼ਨ ਵਿੱਚ ਬਾਕਾਇਦਾ ਉਸ ਵੇਲੇ ਆਡੀਸ਼ਨ ਹੁੰਦੇ ਸੀ, ਆਡੀਸ਼ਨ ਦੀ ਐਪਲੀਕੇਸ਼ਨ ਦਿੱਤੀ ਔਰ ਫਿਰ 2 ਆਡੀਸ਼ਨ ਹੁੰਦੇ ਸੀ। ਪਹਿਲਾ ਹੁੰਦਾ ਸੀ ਪ੍ਰੀਲਿਮਿਨਰੀ ਆਡੀਸ਼ਨ, ਜਿਹਦੇ ਵਿੱਚ ਪ੍ਰੋਡਿਊਸਰ ਜਿਹੜਾ ਨਾ ਉਹ ਸੁਣ ਕੇ ਤੇ ਛਾਂਟੀ ਕਰਦੇ ਸੀ ਕਿ ਇਹ ਬੰਦੇ ਜਿਹੜਾ ਨਾ ਇਹ ਅੱਗੇ ਜਾਣਗੇ। ਉਹਨਾਂ ਵਿੱਚ ਸਾਡਾ ਨਾਂ ਆ ਗਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਫਲਾਂ ਤਰੀਕ ਨੂੰ ਤੁਸੀਂ ਆਣਾ ਤੇ ਸਟੇਸ਼ਨ ਡਾਇਰੈਕਟਰ ਸਾਹਿਬ ਠੀਕ ਹੈ ਖੁਦ ਸੁਣਨਗੇ। ਠੀਕ। ਉਸ ਜ਼ਮਾਨੇ ਦਾ ਨਾਂ ਸੀ ਨਾਸਿਰ ਇਲਿਆਸ ਸਾਹਿਬ, ਬਹੁਤ ਹੀ ਪ੍ਰੋਫੈਸ਼ਨਲ ਸਟੇਸ਼ਨ ਡਾਇਰੈਕਟਰ ਸੀ। ਠੀਕ। ਉਹ ਫਿਰ ਆਏ ਤੇ ਉਹਨਾਂ ਨੇ ਜਨਾਬ ਆਡੀਸ਼ਨ ਸ਼ੁਰੂ ਹੋਇਆ। ਕੋਈ 30-40 ਲੜਕੇ ਲੜਕੀਆਂ ਅਸੀਂ ਫਾਈਨਲ ਵਾਸਤੇ ਸਿਲੈਕਟ ਹੋਏ ਸੀ। ਠੀਕ। ਤੇ ਉਹਨਾਂ ਆਡੀਸ਼ਨ ਉਹਨਾਂ ਨੇ ਲਿਆ ਤੇ ਇੱਕ ਤੁਹਾਨੂੰ ਮਜ਼ੇ ਦੀ ਗੱਲ ਵੀ ਦੱਸਾਂ। ਠੀਕ। ਮੇਰੇ ਨਾਲ ਆਡੀਸ਼ਨ ਵਿੱਚ ਮੈਡਮ ਕੌਸਰ ਸਮਰੀਨ ਵੀ ਸੀ। ਮੈਂ ਗੱਲ ਕਰਨ ਲੱਗਾ ਸੀ, ਮੈਂ ਉਹ ਵੀ ਅਨਾਉਂਸਰ ਹੀ ਆਈ ਹੋਣੀ ਹੈ। ਹਾਂ, ਤੇ ਉਹ ਆਡੀਸ਼ਨ ਹੋ ਗਿਆ ਤੇ ਫਖਰ ਬਲੋਚ ਸਾਹਿਬ ਹੁੰਦੇ ਸੀ ਇੱਥੇ ਸਟੇਸ਼ਨ ਉਹ ਵੀ ਵੱਡਾ ਨਾਮ ਹੈ ਤੇ ਉਹ ਵੀ ਅੱਲਾਹ ਤਾਲਾ ਨੂੰ ਜੰਨਤ ਨਸੀਬ ਕਰੇ। ਤੇ ਉਹਨਾਂ ਦੀ ਆਦਤ, ਇੱਕ ਪੁੱਤਰ ਵੀ ਹੈ। ਹਾਂਜੀ, ਬੇਟਾ ਵੀ ਉਹਨਾਂ ਦਾ ਕੰਮ ਕਰ ਰਿਹਾ। ਤੇ ਉਹ ਆਏ ਅੰਦਰ, ਆਡੀਸ਼ਨ ਜਿਹੜੇ ਹੋ ਗਿਆ ਤੇ ਅੰਦਰ ਆਏ ਤੇ ਹੁਣ ਸਾਰੇ ਵੇਖ ਰਹੇ ਨੇ ਉਹਨਾਂ ਨੂੰ ਬੜੇ ਕਿ ਵੀ ਹੁਣ ਪਤਾ ਨਹੀਂ ਕੀ ਕਹਿੰਦੇ ਨੇ। ਹੁੰਦਾ ਇਹ है कि वो कहते हैं कि ठीक है आप लोग जाएं, आपको इत्तला कर दी जाएगी, बता दिया जाएगा। लेकिन वो इतना मतलब भरपूर बंदा सी कि अंदर आया तो कहता कि रिजवान हाशमी और कौसर समरीन साहिबा आप बैठें और बाकी बच्चे आप दोबारा मेहनत करें और दोबारा से आएँ। वो क्लियर करता उस वेले। खैर जी असी बड़े खुश हुए। तो उसके बाद फिर उन्होंने थोड़ी जी और टेक्निकल गल्लां दसियां कि यार ये आप जो है ना अंदर ये स्टूडियोज़ देखें, ये करें वो करें और माइक देखें, माइक कैसे होता है, माइक के आगे बोलना कैसे है, और जी तुसी गल की थी रेड लाइट सानू बड़ा कॉन्शियस कर दी है। बिल्कुल। और ये लाइट जले तो इट मीन्स कि आप कमरे में अगर आपकी रेड लाइट जली है तो आप वहाँ पे जो भी कुछ बोल रहे हैं, जो भी आवाज़ आपकी निकल रही है वो ऑन एयर जा रही है, बिल्कुल रेडियो पे जा रही है और दुनिया उसको सुन रही है। तो इसलिए उसका आपने बड़ा ख्याल रखना है। और यकीन करो जो पहली जेड़े अच्छा ये रेड लाइट, रेड जोन ते रेड अलर्ट, हाँ इस ते भी गल करांगे थोड़ी। बिल्कुल बिल्कुल। अच्छा वो पहले दिन जेड़ी मेरे जेड़े वेले अनाउंसमेंट आई ते वो मेरी अनाउंसमेंट थी कि हम रेडियो पाकिस्तान मुल्तान से बोल रहे हैं, रात के 8 बजने वाले हैं, अब आप खबरें सुनेंगे। तो यकीन करो सामने घड़ी लगी सी, टिक टिक टिक, ते जेड़े वेले ओदा 8 ਦੇ ਕਰੀਬ ਆ ਰਹੀ ਸੀ ਤੇ ਮੇਰਾ ਦਿਲ ਐਵੇਂ ਲੱਗਦਾ ਸੀ ਕਿ ਜਿਵੇਂ ਹੁਣੇ ਨਿਕਲ ਕੇ ਬਾਹਰ ਆ ਜਾਏਗਾ। ਹਾਂਜੀ ਮਤਲਬ ਇਹ ਮੈਂ ਮਾਈਕ੍ਰੋਫੋਨ ਦਾ ਤੁਹਾਨੂੰ ਖੌਫ ਦੱਸ ਰਿਹਾ ਬਿਲਕੁਲ ਕਿ ਇਤਨਾ ਖੌਫ ਸੀ। ਖੈਰ ਜੀ ਉਹ ਆਈ ਜਿਹੜੇ ਲਾਈਟ ਤੇ ਉਹਨੇ ਮੈਨੂੰ ਰੈੱਡ ਲਾਈਟ ਦਿੱਤੀ ਤੇ ਮੈਂ ਅਨਾਉਂਸਮੈਂਟ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਮੈਂ ਕੀ ਬੋਲਿਆ ਠੀਕ ਹਾਂ, ਲੇਕਿਨ ਜਿਹੜੇ ਵੇਲੇ ਉਹ ਖਬਰਾਂ ਸ਼ੁਰੂ ਹੋ ਗਈਆਂ ਤੇ ਮੈਂ ਫ੍ਰੀ ਹੋ ਗਿਆ ਤੇ ਮੈਂ ਦੇਖਿਆ ਤੇ ਮੈਂ ਸਾਰਾ ਪਸੀਨੇ ਪਸੀਨੀ ਹੋਇਆ। ਇਹ ਸੀ ਪਹਿਲਾ ਐਕਸਪੀਰੀਅੰਸ। ਬੜਾ ਖੌਫ ਹੁੰਦਾ ਓਏ। ਇਹ ਤੁਹਾਡਾ ਯਾਰ ਬਣ ਜਾਵੇ ਨਾ ਮਾਈਕ ਤੇ ਫਿਰ ਤੇ ਕਮਾਲ ਹੈ। ਤੇ ਜੇ ਤੁਸੀਂ ਇਹਦੇ ਤੋਂ ਡਰੋ ਤੇ ਸਾਰੀ ਜ਼ਿੰਦਗੀ ਡਰਦੇ ਰਹਿੰਦੇ ਹੋ। ਉਸ ਤੋਂ ਬਾਅਦ ਫਿਰ ਉੱਥੇ ਕਿੰਨਾ ਅਰਸਾ ਤੁਸੀਂ ਮੁਲਤਾਨ ਕੀਤਾ? मुल्तान में काफ़ी अर्सा थे काम किया अपना 98 तक। तो उसके बाद फिर इस्लामाबाद शिफ्ट हो गए। इस्लामाबाद शिफ्ट होए थे ये भी कहानी बड़ी दिलचस्प है क्योंकि इत्थे मैं आया तो मैं किसी को जानता ही नहीं सी। मेरे को कुछ अर्सा पहले कौसर समरीन ट्रांसफर करा के आ गई सी इस्लामाबाद। तो मैनू इत्थे किसी ने दसिया कि सलमान उल मुअज़्ज़म साहब इत्थे होंदे ने, ओही इंचार्ज ने, उन्हां नूं तुसीं जाके मिलो। उस तो कुछ अर्सा पहले एक फंक्शन इत्थे होया सी इस्लामाबाद विच ते मैं भी ਉਹਦੇ ਵਿੱਚ मौजूद सी। फखर बलोच साहब भी सी, सलमान उल मुअज़्ज़म साहब भी सी। मैनूं नहीं पता सी कि ਇਹ है सलमान उल मुअज़्ज़म। ਤੇ ਉੱਥੇ ਮੈਂ ਫਖਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਤੇ ਮੇਰੇ ਸ਼ਾਇਦ ਬੈਕ ਤੋਂ ਸਲਮਾਨ ਉਲ ਮੁਅੱਜ਼ਮ ਸਾਹਿਬ ਗੁਜ਼ਰੇ। ਉਹਨਾਂ ਕਿਤੇ ਸੁਣ ਲਿਆ ਮੈਨੂੰ ਬੋਲਦੇ ਹੋਏ। ਖੈਰ ਮੈਂ ਪੁੱਛਦੇ ਪੁਛਾਂਦੇ ਆ ਗਿਆ ਤੇ ਆ ਕੇ ਕੋਰੀਡੋਰ ਵਿੱਚ ਉਹਨਾਂ ਦੀ ਨੇਮ ਪਲੇਟ ਪੜੀ ਸਲਮਾਨ ਉਲ ਮੁਅੱਜ਼ਮ। ਮੈਂ ਨੌਕ ਕੀਤਾ, ਕਹਿੰਦੇ ਨੇ ਯੈਸ। ਅੰਦਰ ਗਿਆ, ਸਲਾਮ ਕਰਕੇ ਮੈਂ ਬਹਿ ਗਿਆ ਤੇ ਉਹ ਕੁਛ ਲਿਖ ਰਹੇ ਸੀ। ਅੱਜ ਜਿਹੜੇ 5 ਮਿੰਟ ਲਿਖਦੇ ਰਹੇ ਉਹਨਾਂ ਨੇ ਮੇਰੇ ਵੱਲ ਵੇਖਿਆ ਹੀ ਨਹੀਂ ਕਿ ਕੌਣ ਹੈ, ਕਿਉਂ आया। तो 5 मिनट के बाद क्या मैं कि सर वो मेरा नाम रिजवान हाशमी है, मैं मुल्तान से आया हूँ, तो आप काइंडली किसी को कह के मेरा ऑडिशन ले लें। तो उन्होंने फिर कलम रखा तो कहते आपका ऑडिशन हो चुका है, आपने आके सलाम किया है तो आपका ऑडिशन हो गया, आप जाएँ प्रोग्राम करें। वाह सुभान अल्लाह। देखो प्रोफेशनल लोग जोड़े ने, वाह ਉਹਨਾਂ ਦੀ ਆਬਜ਼ਰਵੇਸ਼ਨ ਤੁਸੀਂ ਦੇਖੋ। ਉਹਦੇ ਉਹ ਬੜੇ ਸੁਣਵਈਏ ਹੁੰਦੇ ਨੇ, ਉਹਨਾਂ ਦੇ ਕੰਨ ਬੜੇ ਹਸਾਸ ਹੁੰਦੇ ਨੇ। ਹੁਣ ਪਤਾ ਹੈ ਕਿ ਬੰਦਾ ਬੋਲਦਾ ਪਿਆ ਕੌਣ ਹੈ। ਕਹਿੰਦੇ ਕਿ ਆਪ ਆਡੀਸ਼ਨ ਆਪਕਾ ਹੋ ਗਿਆ, ਆਪ ਪ੍ਰੋਗਰਾਮ ਕਰ ਰਹੇ। ਵਾਹ। ਫਿਰ ਇੱਕ ਗੱਲ ਉਹਨਾਂ ਨੇ ਹੋਰ ਕਹੀ ਸੀ, ਮੈਂ ਅਕਸਰ ਕੋਟ ਕਰਦਾ, ਕਹਿਣਗੇ ਹਾਸ਼ਮੀ ਸਾਹਿਬ
हो सकता है कि 6 महीने आपको प्रोड्यूसर्स को बताना पड़े मेरा नाम ये है और मैं ये प्रोग्राम करता हूँ और ये इस तरह, लेकिन 6 महीने के बाद वक्त ऐसा आएगा कि आप आगे होंगे, प्रोड्यूसर पीछे होंगे। सुभान अल्लाह, सुभान अल्लाह। और यकीन करो एनजी होया 1 महीने के बाद हो गया सी है। वाह, वो 6 सारे कहने यार वो किथे मेरे यार आप मेरा प्रोग्राम करें, यार आप ये करें, आप ये करें। वाह। ते अच्छा, ते खबरां पढ़नियां कदों शुरू कीतियां? रेडियो खबरां भी कीता, हाँ, टीवी भी कीता? हाँ, खबरां फिर मेरा ख्याल है 2000 में या 2001 में खबरां भी शुरू करती हैं। वो भी बड़ा दिलचस्प है सिलसिला कि मैं जिहड़े ऑडिशन में पास किया उन्होंने पहली मैनू खबरां दित्तियां लोकल न्यूज़, ठीक, 5 मिनट दियां इस्लामाबाद रावलपिंडी तो मुकामी खबरां, मकामी खबरां सुनो। पहलियां खबरां वो दित्तियां और दूसरा उन्होंने मैनू देता नेशनल न्यूज़ इत्थे रखना, पढ़ो जी के पढ़ो। और तीसरे दिन उन्होंने कहा कि यार ये खबरनामे की वॉइस है, इसको खबरनामा दो। ये किसकी है? उत्थे जो डायरेक्टर न्यूज़ सी अच्छा, ते रिटायर हो गए ने। ते अच्छा वो मैनू नहीं पता लग्या कि ਜਿਹੜੇ ਨਿਊਜ਼ ਰੀਡਰ ਵਿਚਾਰੇ ਸੀ ਨਾ ਜਿਹੜੇ ਕਾਫੀ ਕਦੋਂ ਸਾਰੇ ਦੇ ਕਦੋਂ ਦੇ ਜਿਹੜੇ ਕਾਫੀ ਅਰਸੇ ਦੇ ਲੋਕਲ ਨਿਊਜ਼ ਪੜ੍ਹ ਰਹੇ ਸੀ ਉਹ ਪਹੁੰਚ ਗਏ। ਕਹਿੰਦੇ ਜੀ ਸਾਨੂੰ 8-8 ਸਾਲ ਹੋ ਗਏ ਨੇ, 7-7 ਸਾਲ ਸਾਨੂੰ ਤੇ ਇਹ ਕੱਲ ਆਇਆ ਤੇ ਲੋਕਲ ਨਿਊਜ਼ ਤੇ ਲਾਇਆ ਤੇ ਇਹ ਕੱਲ ਦਾ ਮੁੰਡਾ ਤੇ ਤੁਸੀਂ ਇਹਨੂੰ ਜਨਾਬ ਖਬਰਨਾਮਾ देता है। उन्होंने क्या बच्चे उसमें क्वालिटी है तो उसको दिया है, लेकिन आपके बारे में ये है कि आप अगले 10 साल भी आप लोकल ही पढ़ते रहेंगे। ਉਹ ਤੇਰੀ ਖੈਰ ਹੋ ਜਾ। ਹਾਂ, ਇਹ ਵੀ ਦਿਲਚਸਪ ਹੈ। ਅੱਛਾ, ਨਾਲ ਅਦਾਕਾਰੀ ਵੀ ਕੀਤੀ ਤੁਸਾਂ, ਫਿਰ ਗੁਲੂਕਾਰੀ ਵੀ ਕੀਤੀ ਤੇ ਪੀਟੀਵੀ ਤੇ ਵੀ ਖਬਰਾਂ ਪੜੀਆਂ? ਪੀਟੀਵੀ ਸਟਾਰਟ ਕੀਤਾ ਸੀ ਲੇਕਿਨ ਉਹ ਫਿਰ ਉਹ ਚੈਨਲ ਹੀ ਬੰਦ ਹੋ ਗਿਆ ਸੀ, ਚੈਨਲ 3 ਇੱਕ ਖੋਲ ਰਿਹਾ ਸੀ ਤੇ ਉਹ ਫਿਰ ਮੇਰਾ ਖਿਆਲ ਨਹੀਂ, ਵਾਇਸ ਓਵਰ ਤੇ ਦਿੱਤੀਆਂ ਤੁਹਾਡੀਆਂ ਵਾਇਸ ਡਾਕੂਮੈਂਟਰੀਆਂ? ਓਵਰ ਬਹੁਤ, ਹਾਂ ਡਾਕੂਮੈਂਟਰੀਜ਼ ਬਹੁਤ ਕੀਤੀਆਂ ਨੇ। ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਦੀ ਜਿੰਨੀ ਡਾਕੂਮੈਂਟਰੀਜ਼ ਹੁੰਦੀਆਂ ਨੇ ਉਹ ਕਹਿੰਦੇ ਨੇ ਯਾਰ ਰਿਜ਼ਵਾਨ ਹਾਸ਼ਮੀ ਕੋ ਕਾਲ ਕरें। ਫਿਰ ਉਹਨਾਂ ਦੀ ਜਿਹੜੇ ਫੈਮਲੀਜ਼ ਦੇ ਨਾਲ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਕਿ ਜਾ ਕੇ ਉਹਨਾਂ ਦਾ ਦੇਖੀਏ ਕਿ ਵੀ ਉਹ ਕਿਸ ਹਾਲ ਵਿੱਚ ਨੇ। ਉੱਥੇ ਗਏ, ਉਹਨਾਂ ਨੂੰ ਮਿਲੇ ਤੇ ਉਹ ਵੀ ਕੀਤਾ। ਫਿਰ ਮੈਨੂੰ ਉਹਨਾਂ ਨੇ ਕਿਹਾ कि यार एक हम प्रोग्राम सोच रहे हैं कि हम हेलीकॉप्टर पे ना एक टीम जाती है सियाचिन पे, ठीक, वहाँ जाके ना वहाँ पे आपने जो फौजी हैं उनके इंटरव्यू करने हैं कि वो कैसे रहते हैं। ਉੱਥੇ ਹੈ ਜਮਾ ਦੇਣ ਵਾਲਾ ਮਾਈਨਸ ਵੀ ਪਤਾ ਨਹੀਂ ਕਿੰਨਾ ਥੱਲੇ ਉਹਦਾ ਟੈਂਪਰੇਚਰ ਹੁੰਦਾ ਹੈ ਔਰ ਬਰਫ਼ ਹੁੰਦੀ ਹੈ, ਯਾਨੀ ਉਹ ਜਮਾ ਦੇਣ ਵਾਲੀ ਬਿਲਕੁਲ ਮੂੰਹ ਵਿੱਚੋਂ ਇਸ ਤਰ੍ਹਾਂ ਭਾਪ ਵੀ ਕੱਢਣ ਨਾ ਉਹ ਵੀ ਜੰਮ ਜਾਂਦੀ, ਉਹ ਬਰਫ਼ ਦੀ ਬਣ ਕੇ ਨਿਕਲਦੀ ਹੈ। ਤੇ ਉਹ ਕਰਦੇ ਕੀ ਨੇ, ਉਹ ਵਿਚਾਰੇ ਉਹਨਾਂ ਨੂੰ ਕੁਝ ਖਾਣਾ ਹੋਵੇ ਕੋਈ ਪੀਣਾ ਹੋਵੇ ਤੇ ਫਿਰ ਅੱਗ ਜਲਾਉਂਦੇ ਨੇ, ਉਹਦੇ ਉੱਤੇ ਉਸ ਬਰਫ਼ ਨੂੰ ਗਰਮ ਕਰਕੇ ਪਿਘਲਾ ਕੇ ਉਹ ਫਿਰ ਪੀਂਦੇ ਨੇ ਔਰ ਆਕਸੀਜਨ ਉੱਥੇ ਕੋਈ ਨਹੀਂ। ਹਾਂ, ਨਹੀਂ ਹੈਗੀ। ਅਗਰ ਉਹ ਲੇਟਦੇ ਨੇ ਉਹਨਾਂ ਦਾ ਜਿਹੜਾ ਲਿਬਾਸ ਹੈ ਉਹਦੇ ਵਿੱਚ ਅਗਰ ਉਹ ਕਰਵਟ ਬਦਲਦੇ ਨੇ ਉਹ ਬਹੁਤ ਆਹਿਸਤਾ ਬਦਲਣੀ ਪੈਂਦੀ ਹੈ, ਜ਼ਰਾ ਤੇਜ਼ ਬਦਲਣ ਤੇ ਸਾਹ ਚੜ ਜਾਂਦਾ ਹੈ, ਆਕਸੀਜਨ ਕੋਈ ਨਹੀਂ। ਤੇ ਇਹ ਵੀ ਦੇਖੋ ਨਾ, ਇਹ ਵੀ ਉਹ ਜਿਹੜੇ ਸਾਡੇ ਫੌਜੀ ਭਾਈ ਨੇ, ਇਹ ਵੀ ਉਹਨਾਂ ਦਾ ਜਜ਼ਬਾ ਹੈ ਕਿ ਉੱਥੇ ਜਮਾ ਦੇਣ ਵਾਲਾ ਮਾਜ਼ ਹੈ, ਮਹਿੰਗਾ ਤਰੀਨ ਮਾਜ਼ ਹੈ, ਉੱਥੇ ਰਹੇ। ਅੱਛਾ, ਉਹ ਵੀ ਕੀਤਾ ਤੁਸੀਂ ਪ੍ਰੋਗਰਾਮ ਫਿਰ? ਨਹੀਂ, ਉਹ ਨਹੀਂ ਕੀਤਾ। ਉਹ ਮੈਨੂੰ ਘਰੋਂ ਇਜਾਜ਼ਤ ਨਹੀਂ ਮਿਲੀ ਵੀ ਉੱਥੇ ਸਿਆਚਿਨ ਨਹੀਂ ਜਾਣਾ। ਨਹੀਂ ਜਾਣਾ, ਉੱਥੇ ਸਾਹ ਬੰਦ ਹੋ ਜਾਂਦਾ। ਸਾਹ ਬੰਦ ਨਹੀਂ, ਵੈਸੇ ਆਮ ਬੰਦਾ ਵੀ ਅਗਰ ਤੁਸੀਂ ਦੇਖੋ ਕਿਸੇ ਉਚਾਈ ਵਾਲੀ ਜਗ੍ਹਾ ਚਲੇ ਜਾਓ ਨਾ ਤਾਂ ਤੁਹਾਨੂੰ ਐਵੇਂ ਫੀਲ ਹੋਏਗਾ ਕਿ ਯਾਰ ਕੋਈ ਪਤਾ ਨਹੀਂ ਕੀ ਹੋਣ ਲੱਗਾ, ਸਾਹ ਨਹੀਂ ਆ ਰਿਹਾ ਕੋਈ, ਮਤਲਬ ਜ਼ਰਾ ਉਹ ਕਹਿੰਦੇ ਨੇ ਨਾ ਐਸੀ ਜਗ੍ਹਾ ਪਹਾੜਾਂ ਤੇ ਜਾਓ ਤੇ ਬਹੁਤ ਸਲੋ ਚਲੋ, ਤੇਜ਼ ਚਲੋਗੇ ਸਾਹ ਚੜ ਜਾਏਗਾ। ਅੱਛਾ, ਇੱਕ ਹੋਰ ਗੱਲ ਮੈਂ ਸੁਣਨੀ ਹੈ ਤੁਹਾਡੇ ਕੋਲ ਪਤਾ ਕਰ, ਕਈ ਵਾਰੀ ਨਾ ਕਈਆਂ ਲੋਕਾਂ ਦਾ ਨਾ ਆ ਗਿਆ ਵੇਲਾ ਤੇ ਖਬਰਾਂ ਆ ਗਈਆਂ ਤੇ ਰਜੀਮ ਚੇਂਜ ਹੋ ਗਈ। ਕਦੇ ਕੋਈ ਐਸਾ ਵਾਕਿਆ ਮਸਲਨ ਜ਼ਿਆ ਸਾਹਿਬ ਵਾਲਾ ਵਾਕਿਆ, ਫਿਰ ਮੁਸ਼ਰਫ ਵਾਲਾ ਵਾਕਿਆ, ਔਰ ਜਾਂ ਜਿਲੇ ਸਿਵਲ ਗਵਰਨਮੈਂਟ ਮੁੱਕਦੀ ਹੈ ਤੇ ਮਾਰਸ਼ਲ ਲਾ ਆਉਂਦਾ ਤੇ ਦਗੜ ਦਗੜ ਕਰਦੇ ਆ ਜਾਂਦੇ ਲੋਕ, ਉਹ ਵਾਕਿਆ ਵੀ ਤੁਹਾਡੇ ਕਿਸੇ ਖਬਰਨਾਮੇ 'ਚ ਕਿਸੇ ਐਸੀ ਸੂਰਤ 'ਚ ਹੋਇਆ? ਜੀ ਬਿਲਕੁਲ ਹੈ। ਪਰਵੇਜ਼ ਮੁਸ਼ਰਫ ਸਾਹਿਬ ਦੀ ਹਕੂਮਤ ਸੀ ਔਰ ਜਿਹੜੇ ਵੇਲੇ ਬਹੁਤ ਹੀ ਪਬਲਿਕ ਉਹਨਾਂ ਦੇ ਖਿਲਾਫ ਹੋ ਗਈ ਤੇ ਉਸਨੇ ਕਿਹਾ ਕਿ ਮੈਂ ਫਿਰ ਉਹਨੇ ਕਿਹਾ ਕਿ ਮੈਂ ਐਲਾਨ ਕਰਾਂਗਾ ਅੱਜ ਕਿ ਮੈਂ ਜਿਹੜਾ ਨਾ ਸੀਟ ਛੋੜ ਰਿਹਾ। ਤੇ ਪੀਟੀਵੀ ਨੂੰ ਪਹਿਲੇ ਪਤਾ ਲੱਗ ਗਿਆ ਸੀ, ਪੀਟੀਵੀ ਨੇ ਮੈਨੂੰ ਬੁਲਾਇਆ ਕਿ ਯਾਰ ਇਹ ਪਰਵੇਜ਼ ਮੁਸ਼ਰਫ ਦੀ ਇੱਕ ਡਾਕੂਮੈਂਟਰੀ ਕਰਨੀ ਹੈ ਤੇ ਉਹ ਡਾਕੂਮੈਂਟਰੀ ਮੈਂ ਰਿਕਾर्ड करा ली तो उन्होंने कहा कि आपने जाना नहीं है। मैंने कहा जी क्यों नहीं जाना? कि जी इसकी जो क्लोजिंग लाइंस हैं वो आपसे रिकॉर्ड करानी है। ठीक, मैंने कहा ठीक है, चलो जी उत्थे बैठ गए असी मास्टर कंट्रोल रूम में ते परवेज़ मुशर्रफ साहब आए, उन्हें अपनी स्पीच की थी कोई अद्धे घंटे की जी भी स्पीच, वो एंड फिर उन्होंने कहा तो इन सब के तनाजुर में मैंने ये फ़ैसला किया है कि आज मैं
ਰਿਜ਼ਾਈਨ ਦੇ ਰਹਾ ਹੂੰ ਔਰ ਮੈਂ ਇਹ ਵਰਦੀ ਉਤਾਰ ਰਹਾ ਹੂੰ। ਉਸ ਦੇ ਬਾਅਦ ਉਹ ਜਿਹੜੇ ਪ੍ਰੋਡਿਊਸਰ ਤੇ ਉਹ ਸਾਰੇ ਉਹਨਾਂ ਨੂੰ ਕਰੰਟ ਲੱਗਿਆ, ਕਹਿੰਦੇ भागे। वो मैं क्या कोई जलजला आ गया कि कहते नहीं, अब पंच लाइन लास्ट वाली जो है ना वो हमने रिकॉर्ड करनी है। और इसके बाद परवेज़ मुशर्रफ ने इस्तीफा दे दिया। ये फिर उत्थे साड़ा बड़ा एक ड्रामा होया ते बड़ा अच्छा साड़ी रिकॉर्डिंग हुई ते डॉक्यूमेंटरीज बहुत कीतियां ने, बल्कि मेरी एक्सपर्टीज भी डॉक्यूमेंट्री है। और अच्छा ज़ाहिर आर्काइव च पईयां होणीਆਂ बिल्कुल पईयां हुई ने, वो अक्सर वो चलाते हैं। फिर एक दफ़ा 2003 सी पता नहीं 2005 सी ते वो ट्रेन का हादसा होया सी कराची तो आंदे हुए ना ट्रेन बिल्कुल, और बड़ी ਉਹਦੇ बंदे मरे सी, बड़े बंदे मरे सी ते वो PTV तो फ़ोन आया कि यार वो ऑन कैमरा जो है ना आपने जो मरने वाले हैं और जो वो हैं उनके नाम पढ़ने हैं और जगह का नाम। मैं गया तो मैंने कहा आप मैंने तो वो तैयार भी नहीं हुआ, कहते नहीं जैसे बैठे हुए हैं आ जाए। मैं उत्थे गया, मैं यार ਤੁਹਾਡੇ ਕੋਲ इतने एंकर्स पे ने ते क्यों नहीं पढ़ाया? कहते जी वो ਜਿਹੜੇ ਨਾਂ ਨੇ ਨਾ ਉਹ ਨਹੀਂ ਪੜ੍ਹ ਸਕਦੇ, ਰੌਲਾ ਬਣ ਤੇ ਇਹ ਲਾਈਵ ਪੜ੍ਹਨਾ ਹੈ। ਤੇ ਮੈਨੂੰ ਕਿਸ ਤਰ੍ਹਾਂ ਫਾਇਦਾ ਹੋਇਆ ਕਿਉਂਕਿ ਮੈਂ ਕਰਦਾ ਸੀ ਜਾਗਤਾ ਪਾਕਿਸਤਾਨ। ਜਾਗਤਾ ਪਾਕਿਸਤਾਨ ਉਹ ਸਾਰੇ ਨਾਂ ਆਉਂਦੇ ਹੁੰਦੇ ਸਨ ਤੇ ਮੇਰੇ ਵਾਸਤੇ ਉਹ ਫੈਮੀਲੀਅਰ ਸਨ। ਤੇ ਮੈਂ ਕਿਹਾ ਜਨਾਬ ਤੁਸੀਂ ਮੈਨੂੰ ਦਿਓ ਸਕ੍ਰਿਪਟ ਦਿਓ, ਤੇ ਮੈਂ ਕੈਮਰੇ ਦੇ ਅੱਗੇ ਬੈਠ ਗਿਆ और मैं विदाउट एनी फंबलिंग मैं सारे ज़ाहिर है दोस्तों जागता पाकिस्तान करना है फलां से फलां से फलां से और कंबर से ये और फनकोट से और ये और वो बड़े खुश हुए। रेडियो ने कम आया, जागता पाकिस्तान कम आया। बिल्कुल बिल्कुल बिल्कुल। और ये जागता पाकिस्तान चंगी गल है, याद रख दिता जी बहुत ही ज़्यादा सुनया जाने ला रेडियो पाकिस्तान का प्रोग्राम और फौजी भाइयों का प्रोग्राम, और अमूमन लेट नाइट ये प्रोग्राम 11 तो 12 ही चलता है अमूमन। तो ये बड़ा अरसा किया तुसी फिर? जी मैं किया, बल्कि काफ़ी अर्सा किया। मैं तो कौसर समरीन ने असी स्टार्ट किया सी, और फिर एक होंदा सी हमारे जवानों के नाम, पहले ये नाम सी ਇਹਦਾ हमारे जवानों के नाम, वो किया। फिर बाद जागता पाकिस्तान हो गया। एक प्रोग्राम में आईना भी बहुत किया है, वो ਇਹੋ ਜਿਹੀ ਤਰ੍ਹਾਂ ਕਰੰਟ ਅਫੇਅਰ ਦਾ ਪ੍ਰੋਗਰਾਮ ਹੁੰਦਾ ਸੀ ਤੇ ਉਹਦੇ ਵਿੱਚ ਜ਼ਰਾ ਸ਼ੀਸ਼ਾ ਤਕਾਉਂਦੇ ਸੋ ਸ਼ੀਸ਼ਾ ਤਕਾਉਂਦੇ ਸੋ ਇੰਡੀਆ ਨੂੰ। ਹਾਂ ਤੇ ਅੱਛਾ ਉਹ ਯਾਸਮੀਨ ਜਮੀਲ ਸੀ, ਫਿਰ ਉਹ ਤੇ ਉਹਨਾਂ ਦੇ ਮੀਆਂ ਫਿਰ ਅਮਰੀਕਾ ਸ਼ਿਫਟ ਹੋ ਗਏ ਤੇ ਆਈਨਾ ਵਿਖਾਉਂਦੇ ਹੁੰਦੇ ਸੋ ਤੁਸੀਂ। ਬੜੀ ਅੱਛੀ ਬ੍ਰੌਡਕਾਸਟ। ਅੱਛਾ मज़े की गल है कि मैं जिसले उन्होंने को गया तो उन्होंने कहा मैं तो भाई ऑडिशन लूँगी फिर मैं आपको ठीक है पढ़ने दूँगी। अच्छा असी बड़े तुमन खां बने हुए थे, अच्छा यार साड़ा इतना एक्सपीरियंस ये अच्छा। उन्होंने कहा ये स्क्रिप्ट लो, इसको पढ़ के सुनाओ। मैं खैर पढ़िया, चुप करके सुनती रही। अच्छा एक लफ्ज़ ते कोई मैं वो बड़ा उन्होंने इस तरह ईजी लिया तो मैं काफ ते काफ दे विच मैं कहती 1 मिनट क्या बोला तुमने? मेरे कान खड़े हो लगा भाई पढ़िया गया। तो कहती नहीं इसको ऐसे बोलो। खैर मैं बोला कहती हाँ ठीक है, फिर उससे वो प्रोग्राम शुरू किया। मतलब वो इतनी प्रोफेशनल प्रोड्यूसर सी। एक काफ दे कलकले ਜਿਹੜੇ ਨੇ ਬੜਾ ਰੌਲਾ ਹੈਗਾ, ਇਹ ਬੜਾ ਰੌਲਾ ਚੱਲਦਾ ਹੈ। ਅੱਛਾ ਤੇ ਤੁਸੀਂ ਬਣੇ ਬਣਾਏ ਡਾਕਟਰ ਹੈਗੇ ਹੋ ਤੇ ਡਰਾਮੇ ਵੀ ਸ਼ੁਰੂ ਕੀਤੇ ਨਾ ਫਿਰ? हाँ जी ड्रामे भी किते। अच्छा लाहौर तो भी ड्रामे किते, उस ਵੇਲੇ सिर्फ PTV ਹੁੰਦਾ ਸੀ ਲਾਹੌਰ और कराची ਹੁੰਦਾ ਸੀ। ਲਾਹੌਰ ਜਾ ਕੇ ਡਰਾਮੇ ਉਹ ਤੇ ਕਾਲਜ ਦੌਰ ਕੀਤੇ ਸੀ ਨਾ, ਘਰੋਂ ਲੁੱਕ ਕੇ ਛੋਟੀ ਲੈ 1-2 ਕਰਕੇ ਤੇ ਉੱਥੇ ਜਾ ਕੇ ਡਰਾਮਾ ਕਰਕੇ ਆ ਜਾਣਾ। ਤੇ ਫਿਰ ਉਹਦੇ ਬਾਅਦ ਸਟੇਜ ਵੀ ਕੀਤਾ, ਸਟੇਜ ਡਰਾਮਾ ਵੀ ਕੀਤਾ। ਸਟੇਜ ਇੱਥੇ ਆ ਕੇ ਕੀਤਾ। ਅੱਛਾ ਇਸਲਾਮਾਬਾਦ ਨੈਸ਼ਨਲ ਕਾਉਂਸਲ ਆਫ ਦੀ ਆਰਟਸ ਦੇ ਵਿੱਚ ਮੈਂ ਕੋਈ 2-3 ਪਲੇ ਕੀਤੇ ਸੀ। ਇੱਕ ਵਿੱਚ ਅਕਬਰ ਖਾਨ ਦਾ ਰੋਲ ਕੀਤਾ, ਸ਼ਹਿਨशाह ਅਕਬਰ ਦਾ। ਸ਼ਹਿਨशाह ਅਕਬਰ ਦਾ ਰੋਲ, ਉਹ ਵੱਡੀ ਆਵਾਜ਼ ਚਾਹੀਦੀ ਹੈ ਨਾ ਉਹਦੇ ਵਾਸਤੇ। ਤੇ ਉਹ तखलिया कहने लगे जी अब वॉइस हमें ऐसी चाहिए गूंजदार और गरजदार, तो वो यहाँ से बोले तो वो आखिर तक जो है राजकपूर फैमिली बात सुनते हैं। हाँ तो ਉਹਦੇ ਵਿੱਚ ਫਿਰ ਇੱਕ ਸੀਨ ਸੀ कि वो कहता है कि माँ बदौलत तुम्हारे इस काम से बहुत खुश हुए, ਤੇ ਉਹ ਗਲੇ ਚੋਂ ਨਾ ਮਾਲਾ ਕੱਢ ਕੇ ਤੇ ਇਸ ਤਰ੍ਹਾਂ ਸੁੱਟਣੀ ਸੀ ਕਿ ਉਹਦੇ ਗਲੇ 'ਚ ਜਾਵੇ। ਓਏ ਅੱਛਾ ਫਿਰ ਇਹਦੇ ਤਕਰੀਬਨ ਮੇਰਾ ਖਿਆਲ 10 ਦਫਾ ਕਿਤਨੇ ਟੇਕ ਹੋਏ ਹੈ? ਹਾਂ ਨਹੀਂ ਪਹਿਲੇ ਰਿਹਰਸਲ ਕਰ ਚੁੱਕੇ ਸੀ। ਸਟੇਜ ਡਰਾਮੇ ਤੇ ਜ਼ਾਹਿਰ ਹੈ ਕਿ ਜਿਹੜਾ ਤੁਸੀਂ ਪਰਫਾਰਮ ਕਰਤਾ ਉਹ ਚੇਂਜ ਨਹੀਂ ਹੋ ਸਕਦਾ। ਉਹ ਕਰਕੇ ਉਹ ਸ਼ੁਕਰ ਹੈ ਅੱਲਾ ਦਾ ਕਿ ਉਹ ਜਿਹੜੇ ਆਇਆ ਤੇ ਮੈਨੇ ਕਹਾ ये हमारी तरफ से राम इस तरह करके सुटे तो घूमती हुई जाके ਉਹਦੇ ਸਹੀ ਗੱਲੇ 'ਚ ਪਈ, ਉਹ ਕਲੈਪ ਹੋਈ ਜ਼ਬਰਦਸਤ। ਵਾਹ ਵਾਹ ਤੇ ਬੜਾ ਅੱਛਾ ਉਹ ਮਾਂ ਬਦੌਲਤ ਖੁਸ਼ ਹੋਏ ਹੈ। ਅੱਛਾ ਤੇ ਆਪਣੀ ਜਿਹੜੀ ਤੁਹਾਡੀ ਗਾਇਕੀ ਹੈ ਉਹ ਉਹਦੀਆਂ ਧੁਨਾਂ ਸ਼ੁਨਾਂ ਵੀ ਆਪੇ ਬਣਾਈਆਂ ਜਾਂ ਬਣਵਾਈਆਂ ਕਿਸੇ ਕੋਲੋਂ?
ਨਹੀਂ ਉਸਤਾਦ ਹੁੰਦੇ ਨੇ ਤੇ ਉਹ ਸਾਡੇ ਇੱਕ ਮੁਲਤਾਨ ਵਿੱਚ ਉਸਤਾਦ ਨੇ ਤੇ ਉਹ ਉਹਨਾਂ ਨੂੰ ਕਹਿੰਦੇ ਨੇ ਬਾਬਾ ਤਰਜ਼ਾਂ ਵਾਲਾ। ਅੱਛਾ, ਵਾਹ ਤੇ ਵਾਹ। ਉਹ ਐਸੀ ਖੂਬਸੂਰਤ ਤਰਜ਼ਾਂ ਬਣਾਉਂਦੇ ਸੀ। ਬਣਾਉਂਦਾ ਹੈ ਤੇ ਉਹਨਾਂ ਦੇ ਫਿਰ ਕੁਝ ਚੀਜ਼ਾਂ ਗਾਈਆਂ, ਜਿਵੇਂ ਉਹਨਾਂ ਦਾ ਇੱਕ ਲੋਕ ਗੀਤ ਉਹਨਾਂ ਨੇ ਬਣਾਇਆ। ਅੱਛਾ। ਕਿ ਅੱਜ ਕਿਤਵੇਂ ਦਿਵਾਰੇ ਤੂੰ ਪੁੱਛਿਆ ਨਾ ਹਾਲੇ, ਵਾਹ। ਅੱਜ ਕਿਤਵੇਂ ਦਿਵਾਰੇ ਤੂੰ ਪੁੱਛਿਆ ਨਾ ਹਾਲੇ। ਕੁੜੀ ਕਹਿੰਦੀ ਹੈ ਤੇਰਾ ਹੀ ਖਿਆਲ ਹਾਈ, ਤੇਰਾ ਹੀ ਖਿਆਲ ਏ, ਅੱਜ ਕਿਤਵੇਂ ਦਿਵਾਰੇ ਤੂੰ ਪੁੱਛਿਆ ਨਾ ਹਾਲੇ। ਵਾਹ ਜੀ ਵਾਹ। ਤੇ ਉਹ ਅੱਛਾ, ਉਹ ਕੈਸੇਟ ਸ਼ੈਸਟ ਆਈ ਤੁਹਾਡੀ? ਨਹੀਂ ਕੈਸੇਟ ਨਹੀਂ ਤੇ ਸੀਡੀ ਵੀ ਨਹੀਂ ਬਣਾਈ, ਖੁਦਾ ਦਾ ਨਾਂ ਜੇ ਕਿਉਂ? ਉਹ ਬਸ ਉਹ ਤੁਹਾਨੂੰ ਪਤਾ ਹੈ ਕਿ ਬੈਂਕਾਰੀ ਆ ਗਈ ਵਿੱਚ, ਦਫ਼ਤਰੀ ਮਸਰੂਫੀਆਤ ਇਹ ਉਹ ਪਿੱਛੋਂ ਟਾਈਮ ਨਿਕਾਲਣਾ ਬੈਂਕਰ ਵਾਸਤੇ ਬੜਾ ਮੁਸ਼ਕਿਲ ਹੁੰਦਾ ਹੈ ਟਾਈਮ ਕੱਢਣਾ। ਉਹ ਮੈਨੂੰ ਅਕਸਰ ਲੋਕ ਕਹਿੰਦੇ ਨੇ ਅੱਛਾ, ਇਹ ਨੋਟ ਗਿਣਨ ਵਾਲਾ ਤੇ ਕੈਸ਼ੀਅਰ ਤੇ ਇਹਦਾ ਅਦੀਬ, ਸ਼ਾਇਰ, ਫਨਕਾਰ ਤੇ ਬ੍ਰਾਡਕਾਸਟਰ, ਇਹ ਕੀ ਕੋਈ ਕੰਬੀਨੇਸ਼ਨ ਮੈਨੂੰ ਸਮਝ ਨਹੀਂ ਆਉਂਦੀ। ਨਹੀਂ ਉਹ ਤੇ ਮਤਲਬ ਇੱਕ ਅੰਦਰ ਤੇ ਇੱਕ ਹੈ ਸੀ ਨਾ ਇੱਕ ਜਰਾ ਸੀ ਫਨਕਾਰ ਦਾ। ਨਹੀਂ ਉਹਨੂੰ ਜਿੱਥੇ ਦਫ਼ਤਰ ਜਾਂਦਾ ਸੀ ਉਹ ਨੋਟਾਂ ਵਿੱਚ ਤੇ ਉਹਨੂੰ ਵਕਤ ਨਹੀਂ ਸੀ ਪੈਦਾ ਮੈਂ ਕਿਧਰ ਫਸ ਗਿਆ ਹੁੰਦਾ ਹੈ। ਔਰ ਉੱਥੇ ਦਰਅਸਲ ਹੋਰ ਕੋਈ ਖਿਆਲ ਆਉਂਦਾ ਵੀ ਨਹੀਂ, ਕਿਉਂਕਿ ਉਹ ਪਾਗਲ ਹੋਇਆ ਬੈਂਕਰ ਦੀ ਲਾਈਫ ਇਤਨੀ ਬਿਜ਼ੀ ਹੁੰਦੀ ਹੈ ਕਿ ਉੱਥੇ ਜਿਹੜਾ ਨਾ ਕੋਈ ਹੋਰ ਸੋਚ ਆਉਂਦੀ ਨਹੀਂ। ਲਾਗ ਬੋਕ ਤੇ ਲੈਜਰਾਂ ਤੇ ਪਤਾ ਨਹੀਂ ਕੀ। ਔਰ ਬੈਂਕ ਦਾ ਇਹ ਹੈ ਕਿ ਉੱਥੇ ਜਾਣ ਦਾ ਟਾਈਮ ਹੈ, ਆਉਣ ਦਾ ਕੋਈ ਨਹੀਂ, ਵਾਪਸੀ ਦਾ ਕੋਈ ਟਾਈਮ ਨਹੀਂ। ਹਾਏ ਹਾਏ। ਤੇ ਉਹ ਫਿਰ ਨੌਕਰੀ ਕੀਤੀ ਤਕਰੀਬਨ ਆਪਣਾ 38 ਸਾਲ। ਤੁਹਾਡੀ ਖੈਰ ਹੋ ਜਾਏ। ਵਾਹ। ਤੇ ਰੇਡੀਓ ਮੈਂ ਜਾਣ। ਅੱਛਾ, ਇਹ ਸਾਰਾ ਕੁਝ ਜਿਹੜਾ ਤੁਹਾਡਾ ਕੰਮ ਹੈ, ਤੁਹਾਡੀ ਬੀਵੀ ਦਾ, ਇਹ ਅੱਗੇ ਬੱਚਿਆਂ 'ਚ ਗਿਆ ਕਿ ਬਸ ਰੋਕ ਦਿੱਤਾ ਜੀ? नहीं, बेटे की आवाज़ खूबसूरत है, लेकिन वो कहता है कि मैं अगर सिंगिंग का शौक रखता हूँ तो मैं अपने लिए, मैं किसी को क्यों सुनाऊँ। वाह जी वाह, अच्छा है। अपना अपना स्टाइल है ना। बस इसी तरह बच्ची बच्ची ने वो नहीं जाहिर है माँ प्यो ब्रॉडकास्टर थे, वो क्यों नहीं? असो उन्होंने माशाल्लाह उर्दू बहुत साफ है, जाहिर है, तलफ़ुज़ बहुत अच्छा है। तो मैनू भी दोस्त कहते हैं कि यार आपका ताल्लुक यूपी से तो नहीं है, मतलब बाकी यूपी नाल तो नहीं आपकी मैनू भी दसो ना किथे दियो इतनी साफ है और आपके तलफ़ुज़ इतना सही है। ये मसला है, दसो ये गुर दसो गल की है। देखो जी, अगर तुसी कोई काम करना है ना तो ਉਹਦੇ ਵਿੱਚ ਤੁਹਾਨੂੰ ਖੁਦ ਵੀ ਥੋੜਾ ਜਿਹਾ ਪੇਨ ਲੈਣਾ ਪੈਂਦਾ ਹੈ। ਹੁਣ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਖੂਬਸੂਰਤ ਹੋਵੇ ਜਾਂ ਤੁਹਾਡਾ ਤਲਫ਼ੁਜ਼ ਠੀਕ ਹੋਵੇ ਤੇ ਰਿਆਜ਼ ਤੇ ਕਰਨਾ ਪਵੇਗਾ, ਰਿਆਜ਼ ਵੀ ਕਰਨਾ ਪਏਗਾ। ਅੱਛਾ, ਮੌਸੀਕੀ ਨੇ ਇਹਦੇ ਵਿੱਚ ਮੈਨੂੰ ਮੇਰਾ ਬੜਾ ਸਾਥ ਦਿੱਤਾ ਹੈ। ਮੌਸੀਕੀ ਜਿਹੜਾ ਨਾ ਵੋਕਲ ਕਾਰਡ ਜਿਹੜਾ ਨਾ ਓਏ ਮੈਥ ਹੈ ਮੌਸੀਕੀ ਤੇ ਬਸ। ਔਰ ਬਾਕੀ ਇਹ ਹੈ ਕਿ ਤੁਸੀਂ ਆਪਣਾ ਜੇ ਡਿਕਸ਼ਨਰੀਆਂ ਆਪਣੇ ਕੋਲ ਰੱਖੋ, ਠੀਕ ਹੈ ਨਾ, ਤਲਫ਼ੁਜ਼ ਦੀਆਂ ਜ਼ੇਰ ਜ਼ਬਰ ਪੇਸ਼ ਦੇਖੋ। ਹੁਣ ਮੈਂ ਨਹੀਂ ਤਾਂ ਤੁਸੀਂ ਤੇ ਸਰਾਇਕੀ ਨਹੀਂ ਹੈਗੇ? ਮੈਂ ਤਾਂ ਸਰਾਇਕੀ ਹਾਂ, ਲੇਕਿਨ ਇਹ ਹੈ ਕਿ ਉਰਦੂ ਸਿੱਖੀ ਕਿ ਤੂੰ ਇਹ ਪੁੱਛਣਾ ਚਾਹਨਾ ਉਸਤਾਦ ਕੌਣ ਸਨ, ਕੀ ਸੀ, ਜਾਂ ਲਿਟਰੇਚਰ ਨਾਲ ਬਸ ਸੀ? ਬਸ ਲਿਟਰੇਚਰ ਔਰ ਜਿਹੜਾ ਅਦਬ ਦੀਆਂ ਬੁੱਕਸ ਔਰ ਜਿਹੜੇ ਅੱਛੇ ਬ੍ਰੌਡਕਾਸਟਰ ਸੀ ਉਹਨਾਂ ਨੂੰ ਮਹਿਫਲਾਂ, ਮਤਲਬ ਤਲਤ ਹੁਸੈਨ ਮੇਰੇ ਰੂਹਾਨੀ ਮਤਲਬ ਉਸਤਾਦ ਵੀ ਕਹਿ ਲਓ। ਫਿਰ ਉਹਨਾਂ ਨਾਲ ਮੈਂ ਮੁਲਾਕਾਤ ਵੀ ਕੀਤੀ ਜਾ ਕੇ ਕਰਾਚੀ, ਔਰ ਉਹ ਬੰਦਾ ਇਤਨਾ ਖੁਸ਼ ਹੋਇਆ, ਉਹ ਕਿਸੇ ਨੂੰ ਮਿਲਦਾ ਨਹੀਂ ਸੀ ਵੈਸੇ। ਨਹੀਂ ਮਿਲਦਾ ਵਾਕਈ ਨਹੀਂ ਮਿਲਦਾ। ਉਹਦੀ ਮਿਸਿਸ ਜਿਹੜੀ ਹੈ ਉਹ ਮੈਂ ਲੇਟ ਹੋਇਆ, ਮੈਨੂੰ ਆਖਿਆ ਆਪ ਇੰਟਰਵਿਊ ਨਹੀਂ ਚਾਹ ਪੀਓ, ਇੰਟਰਵਿਊ ਨਹੀਂ ਦੂੰਗਾ, ਲੇਟ ਆਇਓ ਤੋਂ। ਤੇ ਮਿਸਿਸ ਉਹਦੀ ਨਫਸੀਆਤ ਦੀ ਪ੍ਰੋਫੈਸਰ ਹੈ ਵਾਕਈ। ਤੇ ਉਹ ਜਿਹੜੇ ਅਸੀਂ ਡਰਾਇੰਗ ਰੂਮ 'ਚ ਬੈਠੇ ਤੇ ਉਹਨੇ ਆਵਾਜ਼ ਦਿੱਤੀ ਮਿਸਿਸ ਨੂੰ, कहता बेगम जल्दी से आए, मैं आपको बताना चाहता हूँ कि मुझे मिलने कौन आए हैं। और उस दे चेहरे ते मैं जड़ी खुशी देखी ना तलत हुसैन दे, जिवें एक बच्चे दे चेहरे ते होंदी है ना कि देखो यार मुझसे मिलने आए हैं, मुझे रिकग्नाइज करने आए हैं कि आप तलत हुसैन हैं। ते बहुत अच्छा लग्या। फिर न्यूज़ दे विच खालिद हमीद, वाह क्या वड्डा नाम है, वो अज भी ਉਹਨਾਂ ਦਾ ਜਿਹੜਾ ਅੰਦਾਜ਼ ਖਬਰਾਂ ਪੜ੍ਹਨ ਦਾ ਸਟਾਈਲ, ਔਰ ਉਹਨਾਂ ਨਾਲ ਫਿਰ ਮੇਰੀ ਮੁਲਾਕਾਤ ਵੀ ਹੋਈ ਇੱਥੇ ਜਿਹੜੇ ਇੱਥੇ ਖਬਰਨਾਮਾ ਪੜ੍ਹਦੇ ਸੀ, ਤੇ ਕਹਿੰਦੇ ਕਿ ਆਪ ਇਨਸ਼ਾਅੱਲਾ ਤਰੱਕੀ ਕਰੇਂਗੇ। ਔਰ ਅੱਲਾ ਦਾ ਸ਼ੁਕਰ ਹੈ ਕਿ ਜੋ ਅਸੀਂ ਚਾਹੁੰਦੇ ਸੀ ਉਹ ਸਾਨੂੰ ਮੇਨ ਖਬਰਨਾਮਾ ਪੜਿਆ ਸਾਰਾ ਰੇਡੀਓ ਤੋਂ, ਔਰ ਸਾਰੇ ਉਹ ਜਿਹੜੇ ਵੱਡੇ ਨਾਨ ਇਸ਼ਰਤ ਹੈ, ਵੱਡੇ ਲੋਕ ਇਹਨਾਂ ਸਾਰਿਆਂ ਨਾਲ ਪੜਿਆ, ਔਰ ਨਾਲ ਬਹਿ ਕੇ ਮੇਨ ਖਬਰਨਾਮਾ ਜਿਹੜਾ ਚੱਲ ਰਿਹਾ। ਔਰ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ, ਇਹ ਸਾਰਾ ਕੁਝ ਤੇ ਨਾਲ ਹੈ
ਤੇ ਇਹਦੇ ਵਿੱਚ ਸਿਆਸੀਆਤ ਹੈ, ਰੈੱਡ ਜ਼ੋਨ ਹੈ, ਰੈੱਡ ਅਲਰਟ ਹੈ, ਇਹ ਸਾਰਾ ਏਰੀਆ ਵੈ ਤੇ ਇਹ ਸਿਆਸਤ ਜਿਹੜੀ ਹੈ ਜਿਸ ਤਰ੍ਹਾਂ ਦੀ ਚਲਦੀ ਪਈ ਸਾਡੇ ਇੱਥੇ। ਤੇ ਇੱਕ ਹੋਰ ਗੱਲ ਪੁੱਛਣੀ ਹੈ, ਇਹ ਥਰਡ ਡਿਵੀਜ਼ਨ ਜਿਹੜਾ ਵਾਈਸ ਚਾਂਸਲਰ ਬਣਦਿਆ ਤੁਹਾਨੂੰ ਕੋਈ ਮਸਲਾ ਤੇ ਨਹੀਂ ਹੈਗਾ? ਨਹੀਂ, ਮੈਨੂੰ ਇਹਦੇ ਨਾਲ ਕੀ ਮਸਲਾ ਹੋਏਗਾ। ਕਿਤਨੇ ਥਰਡ ਕਲਾਸ ਲੱਗੇ ਲੋਕ ਕੀ ਕਰਦੇ ਨੇ? ਉਹ ਥਰਡ ਕਲਾਸ ਵੀ ਲੱਗੇ ਨੇ, ਜਿਹੜੇ ਥਰਡ ਕਲਾਸ ਨਹੀਂ ਵੀ ਨੇ ਉਹ ਵੀ ਲੱਗੇ ਹੋਏ ਨੇ, ਲੱਗੇ ਹੋਏ ਨੇ, ਸਾਡੇ ਬਾਸ ਲੱਗੇ ਹੋਏ ਨੇ। ਹਾਂ, ਲੱਗੇ ਹੋਏ ਨੇ। ਤੁਸੀਂ ਸਿਆਸਤ ਦੇ ਵਿੱਚ ਦੇਖ ਲਓ ਕਿ ਮਤਲਬ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਉਹਨਾਂ ਦੇ ਸਬਆਰਡੀਨੇਟ ਨੇ, ਉਹ ਕਿੱਥੇ ਨੇ, ਔਰ ਦੂਸਰੇ ਜਿਹੜੇ ਉਹਨਾਂ ਥਰਡ ਕਲਾਸ ਜਿਹੜੇ ਸਿਰ ਤੇ ਚੜੇ ਨੇ, ਬਾਸ ਬਣੇ ਹੋਏ ਨੇ। ਤੇ ਇਹ ਸਿਆਸਤ ਵਿੱਚ ਸਭ ਚੱਲਦਾ ਹੈ। ਤੇ ਅਗਰ ਉਹ ਲੜਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਆਵਾਮ ਪਸੰਦ ਕਰਦੀ ਹੈ ਔਰ ਜਿੱਦਾਂ ਨੇ, ਤੇ ਇਹਦੇ ਵਿੱਚ ਕੋਈ ਅਛੰਭੇ ਵਾਲੀ ਗੱਲ ਕੋਈ ਮਸਲਾ ਨਹੀਂ ਹੈ। ਬਣ ਜਾਵੇ, ਸਾਨੂੰ ਕੀ ਹੈ, ਸਾਨੂੰ ਕੀ ਚੱਲਦਾ ਰਹੇ ਕੰਮ। ਅੱਛਾ, ਤੇ ਜਿਹੜੇ ਖੇਲ ਦਾ ਮੈਦਾਨ ਹੈ ਇਹਦੇ ਨਾਲ ਵੀ ਕੋਈ ਦਿਲਚਸਪੀ ਹੈ ਤੁਹਾਨੂੰ? ਇਹ ਜੇ ਕ੍ਰਿਕਟ ਸ਼ਿਰਕਟ ਜੇ ਉਹ ਕ੍ਰਿਕਟ ਦਾ ਤੇ ਹੁਣ ਬੇੜਾ ਗਰਕ ਹੋਇਆ, ਤੁਹਾਨੂੰ ਦੇਖਿਆ ਉਹ ਤੇ ਹੋਇਆ ਨਾ। ਉਹ ਦੇਖੋ ਰੈਂਕਿੰਗ ਵਿੱਚ ਕਹਿ ਰਹੇ ਸੀ, ਪਤਾ ਨਹੀਂ ਕਿਹੜਾ ਕੋਈ ਸੰਨ ਦੱਸ ਰਹੇ ਸੀ 65 ਪਤਾ ਨਹੀਂ ਕਿਹੜਾ, ਕਹਿੰਦੇ ਉਹ ਉੱਥੇ ਪਹੁੰਚ ਗਈ ਹੈ। ਸੁਭਾਨ ਅੱਲਾ। ਸਭ ਤੋਂ ਅੱਛਾ, ਡਿਕਲਾਈਨ ਦੀ ਤਰਫ ਜਾ ਰਹੇ, ਡਿਕਲਾਈਨ ਦੀ ਤਰਫ। ਹਾਂ, ਲੋਕ 1965 ਚਲੇ ਗਏ, ਅਸੀਂ ਨਹੀਂ ਗਏ। ਉਹ ਅੱਗੇ ਜਾਂਦੇ ਨੇ, ਇਹ ਪਿੱਛੇ 2024 ਚ 25 ਨਹੀਂ ਜਾਣਾ, ਅਸੀਂ 1965 ਚ ਟੁਰ ਗਏ ਹਾਂ। ਉਹ मैं टेलीविजन पे एक प्रोग्राम देख रहा थी, तो उन्होंने कहा कि यार ये जो क्रिकेटर हैं इनको क्रिकेटर ही रहना चाहिए हैं। ये जो है ना कभी जो है ना साबुन बेच रहे हैं, कभी शैम्पू बेच रहे हैं, कभी कुछ कर रहे हैं, और एक पासे तुसा ध्यान दिओ तो ਤੁਹਾਡੀ फील्ड है क्रिकेट ਤੁਹਾਡੀ ਪਹਿਚਾਣ है, खुदा ਦਾ ਨਾਮ ਜੇ ਹੈ। ਤੇ ਤੁਸੀਂ ਇਹਨਾਂ ਨੂੰ ਕਿਹਾ ਜੀ ਇਹਨਾਂ ਦੇ ਸਭ ਮਾਡਲ ਬਣਾ ਦਿੱਤੇ ਨੇ। ਹਾਂ, ਮਾਡਲ ਬਣ ਗਏ, ਸਭ ਇਸ਼ਤਿਹਾਰ ਇਹਨਾਂ ਦੇ ਬੰਦ ਕਰੋ ਤੇ ਇਹਨਾਂ ਨੂੰ ਕਹੋ ਬੰਦੇ ਦੇ ਪੁੱਤਰ ਤਵੱਜੋ ਨਾਲ ਕ੍ਰਿਕਟ ਖੇਡੋ, ਕ੍ਰਿਕਟ ਖੇਡੋ। ਇਹ ਪਰਸਨੈਲਿਟੀ ਦੇ ਚੱਕਰ 'ਚ ਪੈ ਗਏ ਨਾ ਤੁਸੀਂ, ਫਿਰ ਉਹ ਦੂਸਰੇ ਕੰਮਾਂ 'ਚ ਪੈ ਜਾਂਦੇ ਹੋ। ਬਿਲਕੁਲ ਸਹੀ। ਤੇ ਇਹ ਸਾਰਾ ਤੇ ਹੁਣ ਆਖਰ ਤੇ ਅਸੀਂ ਗੀਤ ਨਹੀਂ ਸੁਣਨਾ, ਸੁਣਾ ਦਿਓ ਨਾ ਸਾਨੂੰ ਯਾਰ। ਮੇਰੀ ਜਾਨ ਰਿਜ਼ਵਾਨ ਹਾਸ਼ਮੀ ਸਾਡੇ ਨਾਲ ਸਨ ਤੇ ਦੱਸ ਦਿੱਤਾ ਤੁਹਾਨੂੰ ਸਦਾਕਾਰ, ਅਦਾਕਾਰ, ਗੁਲੂਕਾਰ, ਨਿਊਜ਼ ਰੀਡਰ ਕੇ ਨਹੀਂ ਹੈਗਾ ਰਿਜ਼ਵਾਨ ਹਾਸ਼ਮੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਸਾਡੇ ਕੋਲ ਆਏ। ਚੰਗਾ, ਆਪਣੇ ਯਾਰ ਆਪਣੇ ਬੇਲੀ ਅਮਲ ਲਤੀਫ ਨੂੰ ਦਿਓ ਇਜਾਜ਼ਤ। ਰੱਬ ਰਾਖਾ।